ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਸ ਅਕਾਲ ਪੁਰਖ ਦੇ ਸੱਚਖੰਡ, ਉਸ ਪਿਤਾ ਦੀ ਨਿੱਕੀ ਗੋਦ, ਉਹਦੇ ਸਹਿਜ ਦੇ ਰੰਗ, ਉਹਦੇ ਨਿਰਮਲ ਹਿਰਦੇ ਦੀ ਸਭਾ, ਉਸ ਦੇ ਰੰਗਾਂ ਦਾ ਮਜ਼ਾਰ, ਉਹਨਾਂ ਦੀ ਇਸ ਨਿੱਕੀ ਗੋਦ ਦੇ ਵਿੱਚ ਬੈਠ ਕੇ ਉਸ ਪਿਤਾ ਦੀ ਬਾਣੀ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀ, ਆਪ ਵਡਭਾਗੇ ਹੋ। ਕਲ ਯੁਗ ਮੈਂ ਕੀਰਤਨ ਪ੍ਰਧਾਨਾ। ਉਸ ਪਿਤਾ ਦਾ ਕੀਰਤਨ, ਉਸ ਦੀ ਬਾਣੀ ਕਲ ਯੁਗ ਦੇ ਵਿੱਚ ਸਭ ਤੋਂ ਵੱਡਾ ਆਧਾਰ ਹੈ। ਜਿਸ ਤਰ੍ਹਾਂ ਜਪਜੀ ਸਾਹਿਬ ਦੀ ਲੜੀਵਾਰ ਕਥਾ ਚੱਲ ਰਹੀ ਹੈ, ਅੱਜ 18ਵੀਂ ਪੌੜੀ ਦੀ ਕਥਾ ਹੈ। ਸਭ ਤੋਂ ਪਹਿਲਾਂ ਉਸ ਪਿਤਾ ਦੀ ਬਖਸ਼ੀ ਫਤਿਹ ਨੂੰ ਪ੍ਰਵਾਨ ਕਰਕੇ ਦਿਲਾਂ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਿਤਾ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਪਿਛਲੀ ਪੌੜੀ ਦੇ ਵਿੱਚ ਧਰਮ ਨੂੰ ਕਮਾਉਣ ਵਾਲਿਆਂ ਦੀ ਵੱਖ-ਵੱਖ ਤਰ੍ਹਾਂ ਦੇ ਤਰੀਕਿਆਂ ਦੀ ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ, ਕਈ ਤਰੀਕਿਆਂ ਦੇ ਨਾਲ ਉਸ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਆਪਣਾ ਆਪਣਾ ਤਰੀਕਾ ਹੈ, ਆਪਣਾ ਆਪਣਾ ਢੰਗ ਹੈ, ਆਪਣਾ ਆਪਣਾ ਸਨੇਹ ਹੈ, ਆਪਣਾ ਆਪਣਾ ਪਿਆਰ ਹੈ। ਆਓ ਇਸ ਤੋਂ ਅੱਗੇ ਪਿਤਾ ਜੀ ਕੀ ਫਰਮਾਨ ਕਰਦੇ ਹਨ, ਪਹਿਲਾਂ 18ਵੀਂ ਪੌੜੀ ਦਾ ਪਾਠ ਸਰਵਣ ਕਰਦੇ ਹਾਂ। ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾ ਹੈ ਜੋਰ, ਅਸੰਖ ਗਲ ਵੱਡ ਹਤਿਆ ਕਮਾ ਹੈ, ਅਸੰਖ ਪਾਪੀ ਪਾਪ ਕਰਜਾ ਹੈ, ਅਸੰਖ ਕੁੜਿਆਰ ਕੂੜੈ ਫੇਰਾ ਹੈ, ਅਸੰਖ ਮਲੇਸ਼ ਮਲ ਪਖ ਖਾਹੈ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੌੜੀ ਦੇ ਵਿੱਚ ਦੂਸਰੀਆਂ 3 ਪੌੜੀਆਂ ਜੋ ਹਨ, ਉਹਨਾਂ ਦਾ ਆਪਸ ਵਿੱਚ ਕਾਫੀਆ ਮਿਲਦਾ ਹੈ। ਕੁਦਰਤ ਕਵਣ ਕਹਾਂ ਵਿਚਾਰ। ਲੇਕਿਨ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ, ਨਾਨਕ ਨੀਚ ਕਹੇ ਵਿਚਾਰ। ਪਹਿਲੀ ਜੋ ਪੌੜੀ ਸੀ, ਉਹਦੇ ਵਿੱਚ ਗੁਰੂ ਸਾਹਿਬ ਨੇ ਫਰਮਾਨ ਕੀਤਾ ਸੀ ਧਰਮ ਨੂੰ ਕਮਾਉਣ ਵਾਲਿਆਂ ਦਾ, ਕਿ ਅਸੰਖ ਹੀ ਹਨ ਜੋ ਧਰਮ ਨੂੰ ਕਮਾ ਰਹੇ ਹਨ। ਹੁਣ ਅੱਜ ਪਿਤਾ ਜੀ ਜੋ ਗੱਲ ਕਰ ਰਹੇ ਹਨ, ਜੋ ਗੁਰਬਾਣੀ ਦਾ ਆਧਾਰ ਦੇ ਰਹੇ ਹਨ, ਉਹਦੇ ਵਿੱਚ ਉਹ ਦੁਨੀਆ ਦੇ ਨੀਚ ਇਨਸਾਨਾਂ ਦੀ ਸੰਖਿਆ ਦੀ ਗਿਣਤੀ ਕਰ ਰਹੇ ਹਨ। ਇਸ ਦੁਨੀਆ ਦੇ ਵਿੱਚ ਜਿੱਥੇ ਧਰਮ ਕਮਾਉਣ ਵਾਲੇ ਹਨ, ਉੱਥੇ ਅਨੰਤ ਹੀ ਤਰ੍ਹਾਂ ਦੇ ਨੀਚ ਹਨ, ਜੋ ਅਲੱਗ-ਅਲੱਗ ਤਰ੍ਹਾਂ ਦੇ ਨਾਲ ਪਾਪ ਦੇ ਕਰਮ ਕਰ ਰਹੇ ਹਨ। ਇਹ ਪੌੜੀ ਪੜ੍ਹਦਿਆਂ
ਜੇ ਗੁਰੂ ਨਾਨਕ ਸਾਹਿਬ ਦਾ ਨਾਮ ਵਿੱਚ ਨਾ ਹੋਵੇ ਤੇ ਸਾਡੀ ਬਿਰਤੀ ਜਿਹੜੀ ਹੈ ਉਹ ਨੀਚ ਹੋ ਜਾਏਗੀ। ਕਿਉਂਕਿ ਇਹਦੇ ਵਿੱਚ ਨੀਚ ਲੋਕਾਂ ਦੀ ਵਿਆਖਿਆ ਕੀਤੀ ਗਈ ਹੈ। ਮੂਰਖ, ਅੰਧਕੋਰ, ਚੋਰ, ਹਰਾਮਖੋਰ, ਪਾਪੀ, ਕੁੜਿਆਰ, ਨਿੰਦਕ। ਹੁਣ ਜਦੋਂ ਗੁਰੂ ਸਾਹਿਬ ਐਸੇ ਲੋਕਾਂ ਦੀ ਵਿਆਖਿਆ ਕਰਦੇ ਹਨ, ਨਾਨਕ ਨੀਚ ਕਹੇ ਵਿਚਾਰ, ਉਹ ਪਰਮ ਪਿਤਾ, ਦੋ ਜਹਾਨ ਦਾ ਵਾਲੀ, ਰਹਿਬਰੀ ਪੁਰਸ਼, ਉਸ ਪਰਮਾਤਮਾ ਦਾ ਸਰੂਪ ਕਹਿ ਰਿਹਾ ਹੈ, ਨਾਨਕ ਨੀਚ ਕਹੇ ਵਿਚਾਰ। ਅਸੀਂ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਗੁਰਬਾਣੀ ਵੀ ਪੜ੍ਹਦੇ ਹਾਂ। ਹਮ ਅਵਗੁਣ ਭਰੈ ਏਕ ਗੁਣ ਨਾਹੀ। ਇੱਥੇ ਗੁਰੂ ਸਾਹਿਬ ਨੇ ਜੋ ਕਿਹਾ, ਇਹਦਾ ਮਤਲਬ ਇਹ ਨਹੀਂ ਸੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਸੀ ਜੋ ਅਵਗੁਣਾਂ ਨਾਲ ਭਰੇ ਹੋਏ ਹਨ। ਇਹ ਗੁਰੂ ਨਾਨਕ ਸਾਹਿਬ ਦੇ ਦਰ ਦੀ ਗਰੀਬੀ ਹੈ ਜੋ ਉਹ ਵੰਡਦੇ ਹਨ, ਜੋ ਉਸ ਪਰਮਾਤਮਾ ਦੇ ਕੋਲੋਂ ਲੈ ਕੇ ਆਏ ਹਨ। ਜਦੋਂ ਗੁਰੂ ਸਾਹਿਬ ਨੇ ਇਸ ਪੌੜੀ ਨੂੰ ਸੰਪੂਰਨ ਕੀਤਾ ਹੈ ਤੇ ਉਹ ਲੋਕ ਜੋ ਨੀਚ ਹਨ, ਜਿਨ੍ਹਾਂ ਦੀ ਬਿਰਤੀ ਨੀਚ ਹੈ, ਨੀਚ ਕੋਈ ਨਹੀਂ ਹੁੰਦਾ, ਕਰਮ ਨੀਚ ਹੁੰਦੇ ਹਨ। ਔਰ ਜਦੋਂ ਪਰਮ ਪਿਤਾ ਨੇ ਇਹ ਲਿਖਿਆ ਤੇ ਉਹਨਾਂ ਨੇ ਹੰਕਾਰ ਦੀ ਦੁਨੀਆ ਤੋਂ ਪਰੇ ਹੋ ਕੇ ਉਸ ਗਰੀਬੀ ਦੇ ਦਾਅਵੇ ਨੂੰ ਕਰਦੇ ਹੋਏ ਆਪਣੇ ਆਪ ਨੂੰ ਵੀ ਉਸ ਪਰਮਾਤਮਾ ਨੂੰ ਕਿਹਾ, ਹੇ ਪਰਮ ਪਿਤਾ, ਮੈਂ ਵੀ ਇਸੇ ਲਾਈਨ ਦੇ ਵਿੱਚ ਹੀ ਹਾਂ, ਮੈਂ ਵੀ ਇਸੇ ਨੀਚਾਂ ਦੀ ਲਾਈਨ ਦੇ ਵਿੱਚ ਹੀ ਖੜਾ ਹਾਂ। ਸ਼ਬਦਾਂ ਦੇ ਅਰਥ ਕਰਦਿਆਂ ਜ਼ੁਬਾਨ ਸੰਗ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਚਾਂ ਦੀ ਪੰਕਤੀ ਦੇ ਵਿੱਚ ਖੜਾ ਕਰਦੇ ਹਨ। ਕਿਤਨਾ ਪਰਉਪਕਾਰ ਹੈ। ਉਹ ਲੋਕ ਜੋ ਸਾਡੇ ਵਰਗੇ ਨੀਚ ਹਨ, ਉਹਨਾਂ ਨੂੰ ਢਾਰਸ ਮਿਲਦਾ ਹੈ ਕਿ ਪਰਮ ਪਿਤਾ ਸਾਡੇ ਨਾਲ ਖੜੇ ਹਨ। ਜੇਕਰ ਉਹ ਸਾਡੇ ਨਾਲ ਖੜੇ ਹਨ, ਅਸੀਂ ਅੱਛੇ ਹੋ ਸਕਦੇ ਹਾਂ। ਉਹ ਪਰਮ ਪਿਤਾ ਦਾ ਸੰਬੋਧਨ ਹੀ ਇਹ ਹੈ ਕਿ ਐ ਬੰਦੇ, ਤੂੰ ਆਪਣੇ ਜੀਵਨ ਨੂੰ ਸਵਾਰ। ਲੇਕਿਨ ਜੇ ਚੰਗਿਆਈ ਦਾ ਅਸੀਂ ਕੋਈ ਵਿਆਖਿਆ ਕਰਦੇ ਹਾਂ ਤੇ ਉਸ ਦਾ ਮਤਲਬ ਇਹ ਹੈ ਕਿ ਸਾਨੂੰ ਬੁਰਾਈ ਦਾ ਨਾਲ ਵਿਆਖਿਆ ਕਰਨੀ ਪਵੇਗੀ, ਕਿਉਂਕਿ ਉਸ ਤਰ੍ਹਾਂ ਚੰਗਿਆਈ ਤੇ ਬੁਰਾਈ ਦੇ ਅੰਤਰ ਦਾ ਪਤਾ ਨਹੀਂ ਲੱਗੇਗਾ। ਜੇ ਅਸੀਂ ਫੁੱਲ ਦੀ ਵਿਆਖਿਆ ਕਰਦੇ ਹਾਂ ਤੇ ਸਾਨੂੰ ਕੰਡੇ ਦੀ ਵੀ ਵਿਆਖਿਆ ਕਰਨੀ ਪਏਗੀ, ਕਿਉਂਕਿ ਜੇ ਅਸੀਂ ਫੁੱਲ ਨੂੰ ਪ੍ਰਾਪਤ ਕਰਾਂਗੇ ਤੇ ਕੰਡੇ ਜ਼ਰੂਰ ਵੱਜਣਗੇ। ਅਗਰ ਉਸ ਦੀ ਵਿਆਖਿਆ ਨਾ ਹੋਵੇ ਤੇ ਸਾਨੂੰ ਉਸ ਦਾ ਸੰਪੂਰਨ ਤੌਰ ਤੇ ਪਤਾ ਨਹੀਂ ਲੱਗ ਸਕਦਾ। ਪਰਮ ਪਿਤਾ, ਇਹਦੇ ਵਿੱਚ ਗੁਰੂ ਸਾਹਿਬ ਨੇ ਜੋ ਸੰਬੋਧਨ ਕੀਤਾ ਹੈ ਕਿ ਜਿਸ ਵੇਲੇ ਇਨਸਾਨ ਉਸ ਪਰਮ ਪਿਤਾ ਦੇ ਰਾਹ ਤੇ ਚੱਲਦਾ ਹੈ, ਉਸ ਦੀ ਗੁਰਬਾਣੀ ਨੂੰ ਪੜ੍ਹਦਾ ਹੈ, ਉਸ ਦੀ ਰਹਿਮਤ, ਉਸ ਦੀ ਜੋ ਸੱਚੀ ਕਿਰਿਆ ਹੈ ਇਨਸਾਨ ਤੇ ਹੁੰਦੀ ਹੈ, ਤਾਂ ਇਨਸਾਨ ਅੰਦਰੋਂ ਤੁਪਣਾ ਸ਼ੁਰੂ ਹੋ ਜਾਂਦਾ ਹੈ। ਜਿਸ ਤਰ੍ਹਾਂ ਕੋਈ ਇਨਸਾਨ ਹੈ, ਉਹ ਮੈਲੇ ਲੋਕਾਂ ਦੇ ਵਿੱਚ ਖੜਾ ਹੈ, ਕਿਤੇ ਮੈਲੇ ਕੱਪੜੇ ਪਾਏ ਹੋਏ ਹਨ, ਉਸ ਦੇ ਵੀ ਮੈਲੇ ਕੱਪੜੇ ਹਨ। ਉਸਨੂੰ ਉਹਨਾਂ ਲੋਕਾਂ ਤੋਂ ਘਿਰਣਾ ਨਹੀਂ ਆਏਗੀ ਕਿਉਂਕਿ ਉਹ ਵੀ ਮੈਲੇ ਹਨ। ਲੇਕਿਨ ਮਨ ਦੇ ਵਿੱਚ ਵਿਚਾਰ ਆਇਆ, ਮੈਂ ਬਸਤਰ ਬਦਲ ਲਵਾਂ, ਮੈਂ ਨਹਾ ਲਵਾਂ। ਜਦੋਂ ਉਹ ਬਸਤਰ ਬਦਲਦਾ ਹੈ, ਨਹਾਉਂਦਾ ਹੈ, ਬਸਤਰ ਬਦਲ ਕੇ ਵਾਪਸ ਆਉਂਦਾ ਹੈ ਤੇ ਉਸਨੂੰ ਉਹਨਾਂ ਮੈਲੇ ਲੋਕਾਂ ਦੇ ਵਿੱਚ, ਜੋ ਮੈਲੇ ਕੱਪੜਿਆਂ ਦੇ ਵਿੱਚ ਖੜੇ ਹਨ, ਤੇ ਆਪਣੇ ਵਿੱਚ ਫਰਕ ਨਜ਼ਰ ਆਉਂਦਾ ਹੈ। ਹੁਣ ਉਹ ਪਹਿਲਾਂ ਉਹਨਾਂ ਦੇ ਨਾਲ ਖਹਿ ਕੇ ਵੀ ਲੰਘ ਜਾਂਦਾ ਸੀ, ਉਹਨਾਂ ਦੇ ਵਿੱਚ ਖੜਾ ਸੀ, ਉਸਨੂੰ ਮਹਿਸੂਸ ਨਹੀਂ ਸੀ। ਪਰ ਜਦ ਉਹ ਹੁਣ ਸਵੱਛ ਹੋ ਗਿਆ,
ਤੇ ਕੀ ਹੋਇਆ, ਉਸ ਨੂੰ ਉਹਨਾਂ ਦੇ ਨਾਲੋਂ ਭਿੰਨ ਭੇਦ ਦਾ ਪਤਾ ਲੱਗਣ ਲੱਗ ਗਿਆ। ਹੁਣ ਉਹ ਉਹਨਾਂ ਦੇ ਨਾਲੋਂ ਥੋੜਾ ਜਿਹਾ ਬਚਾ ਕੇ ਤੁਰਦਾ ਹੈ ਕਿ ਜੇ ਮੈਂ ਇਹਨਾਂ ਦੇ ਨਾਲ ਖਹਿ ਗਿਆ ਜਾਂ ਮੈਂ ਇਹਨਾਂ ਦੇ ਵਿੱਚ ਆ ਗਿਆ ਤੇ ਉਹ ਜਿਹੜੀ ਮੈਲ ਮੈਂ ਲਾ ਕੇ ਆਇਆ ਹਾਂ ਉਹ ਫਿਰ ਮੇਰੇ ਉੱਤੇ ਆ ਜਾਏਗੀ ਤੇ ਮੈਂ ਫਿਰ ਮੈਲਾ ਹੋ ਜਾਵਾਂਗਾ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਦੋਂ ਇਨਸਾਨ ਧਰਮ ਦੇ ਰਸਤੇ ਤੇ ਚੱਲਦਾ ਹੈ, ਉਸ ਪਿਤਾ ਦੇ ਰਾਹ ਤੇ ਚੱਲਦਾ ਹੈ, ਸਭ ਤੋਂ ਪਹਿਲਾਂ ਇਨਸਾਨ ਸਵਾਰਥੀ ਹੁੰਦਾ ਹੈ। ਔਰ ਜਦੋਂ ਉਸ ਰਸਤੇ ਤੇ ਚੱਲਦਾ ਹੈ, ਧਰਮ ਦੇ ਰਸਤੇ ਤੇ ਚੱਲਦਾ ਹੈ, ਉਸ ਦੇ ਵਿੱਚ ਪਰਉਪਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਉਹਦੇ ਵਿੱਚ ਅੱਛੇ ਗੁਣ ਆਉਣ ਲੱਗਦੇ ਹਨ। ਜਿੱਥੇ ਉਹ ਸਵਾਰਥੀ ਸੀ, ਉਸ ਦੇ ਵਿੱਚ ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਨ ਦੀ ਤਾਕਤ ਆਉਂਦੀ ਹੈ। ਪਰਮਾਤਮਾ ਦੇ ਪ੍ਰਤੀ ਪਿਆਰ, ਭਾਵਨਾ, ਸ਼ਰਧਾ ਆਵੇਗੀ, ਕ੍ਰੋਧ ਘਟੇਗਾ। ਕਿਸੇ ਦਾ ਝੂਠ ਬੋਲਣਾ ਉਸ ਨੂੰ ਚੰਗਾ ਨਹੀਂ ਲੱਗੇਗਾ। ਉਹ ਸੱਚ ਦੇ ਵਿੱਚ ਪਰਪੱਕ ਹੋਵੇਗਾ। ਉਸ ਨੂੰ ਝੂਠ ਬੋਲਣ ਵਾਲੇ ਲੋਕ ਅੱਛੇ ਨਹੀਂ ਲੱਗਣਗੇ। ਔਰ ਉਹ ਸੱਚ ਦੇ ਵਿੱਚ ਪਰਪੱਕ ਹੋ ਕੇ ਜਦੋਂ ਉਸ ਪਿਤਾ ਦੇ ਨਾਲ ਕੋਈ ਜੁੜਦਾ, ਉਸ ਪਿਤਾ ਦੇ ਰਸਤੇ ਤੇ ਚੱਲਦਾ ਹੈ, ਉਸ ਦੇ ਵਿੱਚ ਕਠੋਰਤਾ ਆਉਂਦੀ ਹੈ। ਕਠੋਰਤਾ ਕਿਸ ਚੀਜ਼ ਦੀ ਆਉਂਦੀ ਹੈ? ਪਰਪੱਕਤਾ ਆਉਂਦੀ ਹੈ ਸੱਚਾਈ ਦੀ। ਫਿਰ ਉਹ ਸੱਚਾਈ ਦੇ ਰਾਹ ਤੇ ਚੱਲਦਾ ਚੱਲਦਾ ਜੇ ਉਸ ਨੂੰ ਸ਼ਹੀਦੀ ਵੀ ਪਾਉਣੀ ਪੈ ਜਾਵੇ ਤੇ ਉਹ ਪਿੱਛੇ ਨਹੀਂ ਹਟਦਾ, ਕਿਉਂਕਿ ਉਸ ਦੇ ਅੰਦਰ ਸੱਚ ਜੋ ਹੈ ਉਹ ਵਸ ਗਿਆ ਹੈ। ਉਹ ਵਸਿਆ ਕਿਸ ਤਰ੍ਹਾਂ ਹੈ? ਉਸ ਪਰਮਾਤਮਾ ਦੀ ਭਗਤੀ ਦੇ ਨਾਲ। ਉਸ ਪਰਮਾਤਮਾ ਦਾ ਪ੍ਰੇਮ ਜੋ ਅੰਦਰ ਪੈਦਾ ਹੋਇਆ ਸੀ, ਉਹਦਾ ਭਾਵ ਜੋ ਪੈਦਾ ਹੋਇਆ ਸੀ, ਉਸ ਨੇ ਉਸ ਨੂੰ ਜੋ ਹੈ ਅੰਦਰੋਂ ਉਹ ਧੋ ਦਿੱਤਾ ਹੈ। ਹੁਣ ਜਦੋਂ ਉਹ ਪਵਿੱਤਰ ਹੋ ਗਿਆ, ਪਿਤਾ ਜੀ ਫਰਮਾਉਂਦੇ ਹਨ, ਐ ਬੰਦੇ, ਤੂੰ ਹੁਣ ਰੱਬ ਦੇ ਰਸਤੇ ਤੇ ਚੱਲ ਪਿਆ। ਹੁਣ ਤੈਨੂੰ ਅੱਛੇ ਤੇ ਬੁਰੇ ਲੋਕ ਨਜ਼ਰ ਆਉਣਗੇ। ਤੈਨੂੰ ਕੋਈ ਪਾਪੀ ਨਜ਼ਰ ਆਏਗਾ, ਤੈਨੂੰ ਕੋਈ ਝੂਠਾ ਨਜ਼ਰ ਆਏਗਾ, ਤੈਨੂੰ ਕੋਈ ਨਿੰਦਕ ਨਜ਼ਰ ਆਏਗਾ, ਕਈ ਗਲਵਡ ਹੱਤਿਆ ਕਮਾਏ ਵਾਲੇ ਨਜ਼ਰ ਆਉਣਗੇ। ਪਰ ਤੇਰਾ ਜੋ ਪਵਿੱਤਰ ਹੋਣਾ ਤੈਨੂੰ ਮੁਬਾਰਕ ਹੈ। ਪਰ ਕਿਤੇ ਹੰਕਾਰ ਦੇ ਵਿੱਚ ਨਾ ਆ ਜਾਵੇਂ। ਜੇ ਤੂੰ ਹੰਕਾਰ ਦੇ ਵਿੱਚ ਆ ਗਿਆ ਕਿ ਇਹ ਲੋਕ ਤੇਰੇ ਤੋਂ ਨੀਚ ਹਨ, ਇਹ ਬੁਰੇ ਹਨ ਔਰ ਤੂੰ ਅੱਛਾ ਹੈ, ਕਿਉਂਕਿ ਚੰਗਿਆਈ ਦੀ ਜੋ ਬਹੁਤ ਸੂਖਮ ਹੰਕਾਰ ਹੁੰਦਾ ਹੈ ਜੋ ਬੰਦੇ ਨੂੰ ਪਤਾ ਨਹੀਂ ਲੱਗਦਾ। ਜੇ ਤੇਰੇ ਮਨ ਦੇ ਵਿੱਚ ਕਿਤੇ ਇਹ ਗੱਲ ਆ ਗਈ ਕਿ ਇਹ ਨੀਚ ਹਨ, ਮੈਂ ਉੱਤਮ ਹਾਂ, ਗੁਰੂ ਸਾਹਿਬ ਇੱਥੇ ਉੱਤਮ ਤੇ ਨੀਚ ਦੀ ਹੀ ਗੱਲ ਕਰ ਰਹੇ ਹਨ। ਪਰ ਇਹ ਬੰਦੇ, ਤੂੰ ਬਚ ਕੇ ਰਹੀ। ਤੇਰਾ ਵੀ ਉਸੇ ਹੀ ਇਨਸਾਨ ਵਾਲਾ ਹਾਲ ਹੋਵੇਗਾ ਜੋ ਮੈਲੇ ਬੰਦਿਆਂ ਦੇ ਵਿੱਚ ਜੇ ਖਹਿ ਗਿਆ ਤੇ ਮੈਲ ਲੱਗ ਜਾਏਗੀ। ਜੇ ਤੇਰੇ ਮਨ ਦੇ ਵਿੱਚ ਇੱਥੇ ਹੰਕਾਰ ਆ ਗਿਆ ਕਿ ਤੂੰ ਦੂਸਰਿਆਂ ਤੋਂ ਉੱਚਾ ਉੱਠ ਗਿਆ ਹੈ, ਤੈਨੂੰ ਸਾਰੇ ਲੋਕ ਨੀਚ ਨਜ਼ਰ ਆਉਂਦੇ ਹਨ, ਜੇ ਤੇਰੇ ਮਨ 'ਚ ਹੰਕਾਰ ਹੋ ਗਿਆ ਤੇ ਤੂੰ ਵੀ ਉਹਨਾਂ ਦੀ ਗਿਣਤੀ ਦੇ ਵਿੱਚ ਜਾ ਕੇ ਸ਼ਾਮਲ ਹੋਏਗਾ। ਜੋ ਤੂੰ ਥੋੜਾ ਬਹੁਤ ਪਵਿੱਤਰ ਹੋਇਆ ਸੀ, ਤੂੰ ਫਿਰ ਅਪਵਿੱਤਰ ਹੋ ਜਾਏਗਾ। ਧਰਮ ਦੇ ਰਸਤੇ ਦੀਆਂ ਘਾਟੀਆਂ ਬਹੁਤ ਔਖੀਆਂ ਨੇ। ਹਰ ਪਲ ਪਲ ਦੇ ਉੱਤੇ, ਹਰ ਛਿਣ ਦੇ ਉੱਤੇ ਇਨਸਾਨ ਜੋ ਹੈ ਉਸ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੁੰਦਾ ਹੈ। ਨੀਚ ਕੌਣ ਹੈ? ਕੋਈ ਵੀ ਇਨਸਾਨ, ਪਹਿਲਾਂ ਧਰਮ ਕਮਾਉਣ ਵਾਲਿਆਂ ਦੀ ਗੱਲ ਹੋਈ ਸੀ, ਹੁਣ ਧਨ ਕਮਾਉਣ ਵਾਲਿਆਂ ਦੀ ਗੱਲ ਹੋਈ ਹੈ। ਜੋ ਧਨ ਕਮਾਉਣ ਵਾਲੇ ਲੋਕ ਹਨ, ਸਭ ਤੋਂ ਪਹਿਲਾਂ ਗੁਰੂ ਸਾਹਿਬ ਇਹ ਗੱਲ ਇਸ ਦੇ ਵਿੱਚ ਨਾਲ ਜੋੜਦੇ ਹਨ ਕਿ ਇਹ ਬੰਦੇ, ਜੇ ਤੈਨੂੰ ਉਹ ਲੋਕ ਨੀਚ ਨਜ਼ਰ ਆਉਂਦੇ ਹਨ ਤਾਂ ਉੱਥੇ ਤੂੰ ਇਹ ਹੀ ਪੰਕਤੀ ਕਹਿਣੀ ਹੈ, ਜੋ ਤੁਧ ਭਾਵੈ ਨਾਨਕਾ ਸਾਈ ਭਲੀ ਕਾਰ। ਕਿ ਜੋ ਤੂੰ ਇਹਨਾਂ ਕੋਲੋਂ ਕਰਾ ਰਿਹਾ ਹੈ, ਇਹ ਉਹ ਹੀ ਕਰ ਰਹੇ ਹਨ। ਜੇ ਇਹ ਨੀਚ ਹਨ ਤੇ ਤੂੰ ਇਹਨਾਂ ਦੇ ਵਿੱਚ ਨੀਚ ਦੀ ਬਿਰਤੀ ਪੈਦਾ ਕੀਤੀ ਹੈ। ਮੈਂ ਇਸ ਕਰਕੇ ਅੱਛਾ ਹੋ ਗਿਆ ਕਿ ਤੇਰੀ ਕਿਰਪਾ ਮੇਰੇ ਤੇ ਹੋ ਗਈ। ਜੇ ਕਿਰਪਾ ਨਾ ਹੁੰਦੀ ਤੇ ਤੂੰ ਵੀ ਅੱਛਾ ਨਹੀਂ ਹੋ ਸਕਦਾ ਸੀ। ਇਸ ਲਈ ਇੱਥੇ ਹੰਕਾਰ ਦੇ ਵਿੱਚ ਨਹੀਂ ਆਉਣਾ। ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਉਸ ਦੇ ਵਿੱਚ 2 ਪੰਕਤੀਆਂ ਜ਼ਰੂਰ ਸ਼ਾਮਲ ਕਰਿਆ ਕਰੋ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕਿ ਅਸੀਂ ਸਾਰਿਆਂ ਤੋਂ ਬੁਰੇ ਹਾਂ।
बाकी सारे जो साडे तो हन वो उत्तम हन, वो चंगे हन, वो भले हन। गुरबाणी दा पढ़ना मुबारक, पर इत्थे भी सूक्ष्म हंकार ना किते आवे, मैं नितनेमी हाँ, मैं इतने पाठ करदा हाँ। नहीं, उस पिता दी गल नूं समझना कि हमेशा अपने आप नूं नीवां, हमेशा दूसरिਆਂ ਦੇ ਚਰਨਾਂ ਵੱਲ ਨਿਗਾਹ ਹੋਣੀ ਚਾਹੀਦੀ ਹੈ कि मैं ਉਹਦੇ ਚਰਨਾਂ ਵਰਗਾ ਹਾਂ, मैं ਉਸਦੇ ਚਰਨਾਂ ਦੀ ਧੂੜੀ ਵਰਗਾ ਹਾਂ। ਜੋ ਭਗਤ ਹਨ ਉਹਨਾਂ ਦਾ ਸਿਰ ਕਦੇ ਉੱਚਾ ਨਹੀਂ ਹੁੰਦਾ, ਉਹ ਹਮੇਸ਼ਾ ਆਪਣਾ ਸਿਰ ਨਿਵਾ ਕੇ ਚੱਲਦੇ ਹਨ। ਉਹ ਹਮੇਸ਼ਾ ਹੀ ਆਪਣੀ ਜੋ ਬਿਰਤੀ ਹੈ ਉਸ ਨੂੰ ਇਤਨਾ ਨੀਵਾਂ ਕਰ ਲੈਂਦੇ ਹਨ ਕਿ ਦੂਸਰਿਆਂ ਦੇ ਚਰਨਾਂ ਦੀ ਧੂੜੀ ਵੀ ਅਗਰ ਮਸਤਕ ਤੇ ਲਾਉਣੀ ਪਵੇ ਤੇ ਲਾਉਂਦੇ ਹਨ। ਕਿਉਂਕਿ ਭਗਤ ਜੋ ਹੈ ਉਸਦੇ ਮਨ ਦੇ ਵਿੱਚ ਪਰਮਾਤਮਾ ਦਾ ਪਿਆਰ ਹੈ, ਔਰ ਉਸ ਨੂੰ ਜੋ ਵੀ ਦਿਸਦਾ ਹੈ ਉਸ ਦੇ ਵਿੱਚ ਉਹੀ ਦਿਸਦਾ ਹੈ। ਭਾਈ ਕਨਈਏ ਜੀ ਦੀ ਤਰ੍ਹਾਂ ਜਦੋਂ ਇਨਸਾਨ ਦੀ ਉਹ ਬਿਰਤੀ ਪੈਦਾ ਹੋ ਜਾਂਦੀ ਹੈ, ਫਿਰ ਉਸ ਨੂੰ ਕੋਈ ਉੱਚਾ ਨੀਵਾਂ ਨਹੀਂ ਦਿਸਦਾ। ਪਰ ਪਿਤਾ ਜੀ ਇੱਥੇ ਗੱਲ ਕਰ ਰਹੇ ਹਨ ਕਿਉਂਕਿ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸਾਨੂੰ ਇਹਨਾਂ ਚੀਜ਼ਾਂ ਨੂੰ ਜੋ ਹੈ ਉਹ ਸਾਡੇ ਜੀਵਨ ਦੇ ਵਿੱਚ ਆਉਂਦੀਆਂ ਹਨ। ਅਸੀਂ ਦੂਸਰਿਆਂ ਨੂੰ ਦੇਖ ਕੇ ਕਿਤੇ ਬੁਰੇ ਨਾ ਬਣ ਜਾਈਏ। ਆਪਣੇ ਆਪ ਨੂੰ ਸਵੱਛ ਬਣਾਉਣ ਲਈ, ਚੰਗਿਆਈ ਨੂੰ ਪਾਉਣ ਦੇ ਲਈ ਬੁਰਿਆਈ ਦਾ ਜ਼ਿਕਰ ਜ਼ਰੂਰੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਦਰਬਾਰ ਦੇ ਵਿੱਚ ਬੈਠੇ ਹਨ। ਲੋਕ ਆ ਰਹੇ ਹਨ ਉਹਨਾਂ ਕੋਲ, ਦਰਬਾਰ ਦੇ ਵਿੱਚ ਪੁੱਛ ਰਹੇ ਹਨ। ਗੁਰੂ ਸਾਹਿਬ ਕਿਸੇ ਨੂੰ ਕਹਿ ਰਹੇ ਹਨ ਸ਼ਰਾਬ ਛੱਡ ਦੇ, ਕਿਸੇ ਨੂੰ ਕਹਿ ਰਹੇ ਹਨ ਇਹ ਚੀਜ਼ ਛੱਡ ਦੇ। ਇੱਕ ਗੁਰਸਿੱਖ ਬੈਠਾ ਦੇਖ ਰਿਹਾ ਹੈ, ਕੋਈ ਵੀ ਆਉਂਦਾ ਹੈ, ਕਿਸੇ ਨੂੰ ਕਹਿੰਦੇ ਤੂੰ ਕੁਝ ਛੱਡ ਦੇ, ਕਿਸੇ ਨੂੰ ਕਹਿੰਦੇ ਤੂੰ ਕੁਝ ਛੱਡ ਦੇ। ਉਹ ਗੁਰੂ ਸਾਹਿਬ ਨੂੰ ਪੁੱਛਣ ਲੱਗਾ, ਗੁਰੂ ਸਾਹਿਬ ਤੁਸੀਂ ਸਭ ਕੁਝ ਛਡਾਈ ਜਾਂਦੇ ਹੋ, ਇਹ ਛਡਾਉਣ ਦੀ ਕਿਰਿਆ ਕਦੋਂ ਖਤਮ ਹੋਵੇਗੀ? ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ, ਗੁਰਸਿੱਖਾ ਜੇ ਤੇਰੇ ਚੀਜ਼ ਹੱਥ ਦੇ ਵਿੱਚ ਇੱਕ ਚੀਜ਼ ਫੜੀ ਹੋਈ ਹੈ ਤੇ ਦੂਸਰੀ ਤਾਂ ਹੀ ਫੜ ਸਕੇਗਾ ਜੇ ਉਹਨੂੰ ਛੱਡੇਗਾ। ਜੇ ਤੇਰਾ ਪਹਿਲਾਂ ਹੀ ਹੱਥ ਭਰਿਆ ਹੋਇਆ ਹੈ ਤੇ ਤੂੰ ਦੂਸਰੀ ਚੀਜ਼ ਨੂੰ ਪਕੜ ਨਹੀਂ ਸਕਦਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮਾਇਆ ਛੱਡ ਦਿੱਤੀ, ਮਾਇਆ ਤੋਂ ਹੱਥ ਖਾਲੀ ਹੋ ਗਿਆ, ਲੇਕਿਨ ਕੀ ਕੀਤਾ ਅਸੀਂ? ਮਾਣ ਹੱਥ ਦੇ ਵਿੱਚ ਫੜ ਲਿਆ। ਅਸੀਂ ਕਦੇ ਵੀ ਆਪਣੇ ਹੱਥ ਨੂੰ ਖਾਲੀ ਨਹੀਂ ਹੋਣ ਦਿੰਦੇ, ਕਦੇ ਵੀ। ਮਾਇਆ ਤਜੀ ਤਾਂ ਕਿਆ ਪਾਇਆ, ਮਾਣ ਤਜਿਆ ਨਾ ਜਾਏ। ਮਾਇਆ ਤਜ ਦਿੱਤੀ, ਮਾਇਆ ਤਿਆਗ ਦਿੱਤੀ, ਲੇਕਿਨ ਉਹਦੀ ਜਗ੍ਹਾ ਮਾਣ ਨੂੰ ਫੜ ਲਿਆ। ਅਸੀਂ ਕੋਈ ਨਾ ਕੋਈ ਚੀਜ਼ ਫੜੀ ਰੱਖਦੇ ਹਾਂ। ਅਸੀਂ ਕਹਿੰਦੇ ਹਾਂ ਸਾਡਾ ਦੁੱਖ ਪਿੱਛਾ ਨਹੀਂ ਛੱਡਦਾ, ਲੇਕਿਨ ਗੁਰੂ ਸਾਹਿਬ ਕਹਿੰਦੇ ਹਨ ਦੁੱਖ ਕਿਹਦੇ ਨਾਲ ਆਉਂਦਾ ਹੈ? ਪਾਪ ਹੈ। ਇਹ ਦੋਨੋਂ ਚੀਜ਼ਾਂ ਤੋਂ ਜੁੜੀਆਂ ਹੋਈਆਂ ਹਨ, ਕਿਉਂਕਿ ਗੁਰੂ ਸਾਹਿਬ ਇੱਥੇ ਉੱਤਮ ਤੇ ਨੀਚ ਦੀ ਵਿਆਖਿਆ ਕਰ ਰਹੇ ਹਨ, ਇਸ ਕਰਕੇ ਦੋਨੋਂ ਚੀਜ਼ਾਂ ਜੁੜੀਆਂ ਹਨ। ਇਹ ਬੰਦੇ ਪਾਪ ਕਰੇਗਾ, ਦੁੱਖ ਆਵੇਗਾ। ਜੇ ਤੂੰ ਦੁੱਖ ਤੋਂ ਪਾਸਾ ਛਡਾਉਣਾ ਚਾਹੁੰਦਾ ਹੈ ਤੇ ਤੂੰ ਪਹਿਲਾਂ ਪਾਪ ਨੂੰ ਛੱਡ, ਦੁੱਖ ਆਟੋਮੈਟਿਕਲੀ ਹੀ ਤੇਰੇ ਕੋਲ ਨਹੀਂ ਆਵੇਗਾ। ਸੁਣਿਆ ਦੁੱਖ ਪਾਪ ਦਾ ਨਾਸ, ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਕਿ ਤੂੰ ਉਸ ਦੀ ਬਾਣੀ ਨੂੰ ਸੁਣ, ਉਸ ਪਿਤਾ ਦੀ ਬਾਣੀ ਨੂੰ ਸੁਣ, ਤੇਰਾ ਜਿਹੜਾ ਦੁੱਖ ਹੈ ਔਰ ਪਾਪ ਹੈ ਉਹ ਦੋਨੋਂ ਹੀ ਖਤਮ ਹੋ ਜਾਣਗੇ। ਇਹ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਕਰਮ ਕੋਈ ਮਾੜਾ ਨਹੀਂ ਹੈ। ਕਰਮ ਸ਼ਬਦ ਕਿੱਥੋਂ ਬਣਿਆ? ਕਰਮ ਸ਼ਬਦ ਬਣਿਆ ਕਰੂ ਤੋਂ। ਕਰੂ ਸ਼ਬਦ ਦਾ ਮਤਲਬ ਹੈ ਜਦੋਂ ਅਸੀਂ ਸਾਰੇ ਹੀ ਤਕਰੀਬਨ ਜ਼ਿਮੀਂਦਾਰ ਹਾਂ, ਜਦੋਂ ਅਸੀਂ ਜ਼ਮੀਨ ਦੀ ਮਿਣਤੀ ਕਰਦੇ ਹਾਂ ਤਾਂ ਕਰਮਾਂ ਮਾਰਦੇ ਹਾਂ। ਉਹ ਜਿਹੜੀਆਂ ਕਰਮਾਂ ਮਾਰਨੀਆਂ ਉਹ ਕਰੂ ਤੋਂ, ਉਹਨੂੰ ਕਹਿੰਦੇ ਅਸੀਂ ਇੰਨੇ ਕਰੂ ਕਰ ਲਏ। ਪੁਰਾਣੇ ਟਾਈਮ ਦੇ ਵਿੱਚ ਸੀ, ਹੁਣ ਤਾਂ ਚਲੋ ਬਹੁਤ ਕੁਛ ਨਵਾਂ ਆ ਗਿਆ। ਉਹ ਕਰਮਾਂ ਮਾਰ ਕੇ ਮਿਣਦੇ ਸਨ ਕਿ ਇਹ ਖੇਤ ਇਤਨਾ ਹੈ, ਉਹ ਕਰਮ ਹੈ। ਹੁਣ ਕਰਮ ਕੀ ਹੈ? ਕਰਮ ਮਾੜਾ ਨਹੀਂ ਹੈ, ਲੇਕਿਨ ਜਦੋਂ ਤੁਸੀਂ ਕੋਈ ਨੀਚ ਭਾਵਨਾ ਲੈ ਕੇ ਕਰਮ ਨੂੰ ਕਰਦੇ ਹੋ, ਤੁਹਾਡੀ ਜੋ ਭਾਵਨਾ ਹੈ ਉਹ ਨੀਚ ਹੈ, ਉਦੋਂ ਕਰਮ ਮਾੜਾ ਹੋ ਜਾਂਦਾ ਹੈ। ਅਸੀਂ ਕੀ ਕਰਦੇ ਹਾਂ? ਅਸੀਂ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ। ਕਿਸੇ ਬੰਦੇ ਨੇ 2 ਬੋਲ ਕੌੜੇ ਬੋਲ ਦਿੱਤੇ, ਅਸੀਂ ਉੱਥੇ ਹੀ ਉਸਨੂੰ 4 ਸੁਣਾ ਕੇ ਆਉਂਦੇ ਹਾਂ। ਫਿਰ ਅਸੀਂ ਬੜੇ ਫਕਰ ਨਾਲ ਕਹਿੰਦੇ ਹਾਂ ਕਿ ਉਹ ਬੰਦੇ ਨੇ ਮੈਨੂੰ ਇੱਕ ਗੱਲ ਕਹੀ ਸੀ, ਮੈਂ ਉਹਨੂੰ 4 ਸੁਣਾ ਕੇ ਆਇਆ। ਐ ਭਲਿਆ, ਉਹਨੇ ਤੇਰੇ ਤੇ ਇੱਕ ਕੂੜੇ ਦੀ ਟੋਕਰੀ ਸਿੱਟੀ ਸੀ, ਤੂੰ ਉਹਦੇ ਤੇ 4 ਸਿੱਟ ਕੇ ਆ ਗਿਆ। ਇਹ ਨਿੰਦਾ ਕੀ ਹੈ? ਅਸੀਂ ਇੱਕ ਦੂਸਰੇ ਤੇ ਕੂੜਾ ਹੀ ਤੇ ਸਿੱਟ ਰਹੇ ਹਾਂ।
ਅਸੀਂ ਇੱਕ ਦੂਸਰੇ ਦੀ ਬੁਰਾਈ ਹੀ ਤੇ ਕਰ ਰਹੇ ਹਾਂ। ਗੁਰੂ ਸਾਹਿਬ ਫਰਮਾਉਂਦੇ ਹਨ, ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਤ ਪੁੱਛਿਓ ਤਾਂ ਮਾਇਆ ਰਾਤੇ, ਕੋ ਅਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ। ਇੱਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਯਾਤਰਾ ਤੇ ਸਨ ਮਰਦਾਨਾ ਜੀ ਨਾਲ। ਕਿਤੇ ਰਾਤ ਠਹਿਰੇ ਤੇ ਠੰਡ ਸੀ। ਮਰਦਾਨਾ ਜੀ ਨੇ ਜਦੋਂ ਦੇਖਿਆ, ਕਹਿੰਦੇ ਗੁਰੂ ਸਾਹਿਬ ਠੰਡ ਹੈ, ਤੇ ਉਹ ਸਾਹਮਣੇ ਇੱਕ ਘਰ ਹੈ, ਉੱਥੇ ਕੋਈ ਧੂੰਆਂ ਨਿਕਲ ਰਿਹਾ, ਤੇ ਮੈਂ ਅੱਗ ਲੈ ਕੇ ਆਉਂਦਾ ਹਾਂ ਤਾਂ ਕਿ ਅੱਗ ਬਾਲ ਕੇ ਆਪਾਂ ਜਿਹੜੀ ਠੰਡ ਹੈ ਉਸ ਨੂੰ ਦੂਰ ਕਰ ਲਈਏ। ਮਰਦਾਨਾ ਜੀ ਚਲੇ ਗਏ। ਹੁਣ ਉੱਥੇ ਵੈਸ਼ਨਵ ਜੀ ਬੈਠੇ ਸਨ, ਭਗਤ ਸੀ, ਇੱਕ ਪੰਡਤ ਸੀ। ਉਸਨੇ ਇੱਕ ਲੀਕ ਮਾਰੀ ਹੋਈ ਸੀ, ਸਾਰਾ ਜਿਹੜਾ ਉਹ ਚੌਂਕਾ ਸੀ ਪੋਚਾ ਮਾਰਿਆ ਹੋਇਆ, ਸਾਫ਼ ਕੀਤਾ ਹੋਇਆ, ਇੱਕ ਲਕੀਰ ਮਾਰੀ ਹੋਈ ਸੀ, ਔਰ ਆਪਣਾ ਭੋਜਨ ਤਿਆਰ ਕਰ ਰਿਹਾ ਸੀ। ਹੁਣ ਮਰਦਾਨੇ ਵਿਚਾਰੇ ਨੂੰ ਕੀ ਪਤਾ, ਉਹਨੇ ਲਕੀਰ ਟੱਪੀ। ਉਦੋਂ ਪਹਿਲਾਂ ਕਿ ਉਹ ਕੁਛ ਕਹਿੰਦਾ, ਉਹ ਜਿਹੜਾ ਵੈਸ਼ਨਵ ਸੀ ਉਹ ਅੱਗ ਬਬੂਲਾ ਹੋ ਗਿਆ। ਉਹਦੀਆਂ ਅੱਖਾਂ ਦੇ ਵਿੱਚ ਕ੍ਰੋਧ ਆ ਗਿਆ, ਇਤਨਾ ਕ੍ਰੋਧ ਆ ਗਿਆ ਕਿ ਉਹ ਬੋਲ ਵੀ ਨਹੀਂ ਸਕਿਆ। ਜਦੋਂ ਮਨ ਦੇ ਵਿੱਚ ਕ੍ਰੋਧ ਆਉਂਦਾ ਹੈ, ਜੇ ਤੇ ਆਪਦੇ ਤੋਂ ਛੋਟਾ ਹੈ ਤੇ ਇਨਸਾਨ ਉਹਨੂੰ ਬੋਲ ਦਿੰਦਾ ਹੈ, ਜੇ ਆਪਦੇ ਤੋਂ ਵੱਡਾ ਹੈ ਤੇ ਮੂੰਹ ਦੇ ਵਿੱਚ ਬੁੜਬੁੜ ਕਰ ਲੈਂਦਾ ਹੈ, ਮੂੰਹ ਦੇ ਵਿੱਚ ਕੁਝ ਕਹਿ ਲੈਂਦਾ ਹੈ, ਕਿਉਂਕਿ ਉਹਨੂੰ ਕਹਿਣ ਦੀ ਹਸਤੀ ਨਹੀਂ ਹੁੰਦੀ। ਇਸ ਲਈ ਉਹ ਆਪਣਾ ਗੁੱਸਾ ਜਿਹੜਾ ਉਸ ਤਰ੍ਹਾਂ ਕਰ ਲੈਂਦਾ। ਤੇ ਕਈ ਵਾਰੀ ਜ਼ਿਆਦਾ ਗੁੱਸਾ ਆ ਜਾਏ ਤੇ ਇਨਸਾਨ ਕੋਈ ਬੋਲ ਹੀ ਨਹੀਂ ਬੋਲਦਾ, ਕਰਮ ਕਰਦਾ ਕੋਈ ਨਾ ਕੋਈ ਮਾੜਾ। ਜਦੋਂ ਉਸਨੂੰ ਇਹ ਨਹੀਂ ਪਤਾ ਲੱਗਾ ਕਿ ਕੌਣ ਹੈ ਵੈਸ਼ਨੂ, ਉਸਨੂੰ ਇਹ ਪਤਾ ਲੱਗਾ ਕਿ ਕੋਈ ਇਨਸਾਨ ਜੋ ਹੈ ਉਹ ਲਕੀਰ ਟੱਪ ਕੇ ਆ ਗਿਆ ਹੈ। ਉਸਨੇ ਹੋਰ ਤੇ ਕੁਝ ਕੀ ਕਰਨਾ ਸੀ, ਉਹਨੇ ਜਿਹੜੀ ਚੁੱਲ੍ਹੇ ਦੇ ਵਿੱਚ ਲੱਕੜ ਬਲ ਰਹੀ ਸੀ ਉਹ ਕੱਢੀ ਤੇ ਮਰਦਾਨੇ ਦੇ ਪਿੱਛੇ ਪੈ ਗਿਆ। ਮਰਦਾਨਾ ਜੀ ਅੱਗੇ ਅੱਗੇ, ਉਹ ਲੱਕੜ ਲੈ ਕੇ ਵੈਸ਼ਨੂ ਪਿੱਛੇ ਪਿੱਛੇ, ਬਲਦੀ ਹੋਈ ਲੱਕੜ। ਇਤਨਾ ਕ੍ਰੋਧ ਆਇਆ ਔਰ ਮਰਦਾਨਾ ਜੀ ਗੁਰੂ ਸਾਹਿਬ ਦੇ ਪਿੱਛੇ ਆ ਕੇ ਛੁਪ ਗਏ। ਗੁਰੂ ਸਾਹਿਬ ਨੇ ਆਪਣਾ ਰਹਿਮਤ ਨਾਲ ਭਰਿਆ ਹੱਥ ਵੈਸ਼ਨੂ ਵੱਲ ਕੀਤਾ ਤੇ ਉਸਨੂੰ ਬੈਠਣ ਦਾ ਇਸ਼ਾਰਾ ਕੀਤਾ ਕਿ ਬੈਠ ਜਾਓ। ਵੈਸ਼ਨੂ ਜੀ ਨੂੰ ਪੁੱਛਿਆ, ਕੀ ਗੱਲ ਹੋਈ? ਕਹਿੰਦੇ ਗੁਰੂ ਸਾਹਿਬ, ਇੱਕ ਤਾਂ ਇਹ ਮਰਾਸੀ ਔਰ ਦੂਸਰਾ ਮੈਂ ਭੋਜਨ ਤਿਆਰ ਕਰ ਲਿਆ ਸੀ, ਮੈਂ ਲੀਕ ਵੀ ਮਾਰੀ ਹੋਈ ਸੀ, ਇਹਨੇ ਮੇਰਾ ਸਾਰਾ ਚੌਂਕਾ ਜਿਹੜਾ ਉਹ ਭ੍ਰਸ਼ਟ ਕਰ ਦਿੱਤਾ। ਮੈਨੂੰ ਤਾਂ ਗੁੱਸਾ ਆਇਆ, ਮੈਂ ਤਾਂ ਇਹਦੇ ਮਗਰ ਬਲਦੀ ਹੋਈ ਲੱਕੜ ਲੈ ਕੇ ਤੇ ਇਹਦੇ ਮਗਰ ਆਇਆ। ਉੱਥੇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਸੀ, ਕਬੁੱਧ ਡੂਮਣੀ। ਡੂਮਣੀ ਮਤਲਬ ਹੁੰਦਾ ਹੈ ਮਰਾਸੀ ਦੇ ਘਰ ਵਾਲੀ, ਕਬੁੱਧ ਹੁੰਦਾ ਹੈ ਮਾੜੀ ਮੱਤ। ਗੁਰੂ ਸਾਹਿਬ ਕਹਿਣ ਲੱਗੇ ਕਿ ਜਿਹੜਾ ਤੂੰ ਇਹ ਬਲਦਾ ਹੋਇਆ ਹੱਥ ਦੇ ਵਿੱਚ ਲੱਕੜੀ ਫੜੀ ਹੋਈ ਹੈ, ਜਿਸ ਨੂੰ ਅਸੀਂ ਪੰਜਾਬੀ 'ਚ ਚੋ ਕਹਿੰਦੇ ਹਾਂ, ਇਹ ਤੇਰੇ ਹੱਥ 'ਚ ਵੀ ਫੜੀ ਹੋਈ ਹੈ ਤੇ ਏਦਾਂ ਦੀ ਤੇਰੇ ਅੰਦਰ ਵੀ ਬਲ ਰਹੀ ਹੈ। ਤੂੰ ਇਸ ਨੂੰ ਮਰਾਸੀ ਕਹਿ ਰਿਹਾ ਹੈ, ਲੇਕਿਨ ਤੇਰੇ ਅੰਦਰ ਜਿਹੜੀ ਕੁਬੁੱਧ ਹੈ, ਭੈੜੀ ਮੱਤ ਹੈ, ਉਹ ਮਰਾਸਣ, ਉਹ ਤੇਰੇ ਅੰਦਰ ਬੈਠੀ ਹੈ। ਤੂੰ ਪਹਿਲਾਂ ਉਸ ਨੂੰ ਦੂਰ ਕਰ। ਤੂੰ ਬਾਹਰ ਤੇ ਲੀਕ ਮਾਰ ਲਈ, ਪਰ ਤੂੰ ਆਪਣੇ ਅੰਦਰ ਲੀਕ ਨਹੀਂ ਮਾਰੀ। ਜਦ ਤੱਕ ਤੂੰ ਆਪਣਾ ਬਾਹਰਲਾ ਚੌਂਕਾ ਸਾਫ਼ ਰੱਖਦਾ ਹੈ, ਆਪ ਤੇਰਾ ਅੰਦਰ ਨਹੀਂ ਤੁਪਦਾ, ਤੂੰ ਆਪਣੇ ਅੰਦਰ ਦੇ ਵਿੱਚ ਉਹਨਾਂ ਔਗਣਾਂ ਦੀ ਲੀਕ ਨਹੀਂ ਮਾਰਦਾ, ਤਦ ਤੱਕ ਪ੍ਰਾਣੀ ਤੇਰੀ ਕਿਰਿਆ ਕੋਈ ਵੀ ਸਫਲ ਨਹੀਂ ਹੈ। ਉਹ ਵੈਸ਼ਨਵ ਜੋ ਗੁੱਸੇ ਦੇ ਵਿੱਚ ਆਇਆ ਸੀ, ਵਾਪਸ ਚਲੇ ਗਿਆ ਗੁਰੂ ਜੀ ਦਾ ਉਪਦੇਸ਼ ਲੈ ਕੇ, ਔਰ ਫਿਰ ਤੋਂ ਉਸਨੇ ਭਗਤੀ ਸ਼ੁਰੂ ਕੀਤੀ। ਭਾਈ ਲਹਿਣਾ ਜੀ, ਜਿਸ ਤਰ੍ਹਾਂ ਬਾਬਾ ਜੀ ਹੁਣਾਂ ਨੇ ਵੀ ਹੁਣੇ ਵਿਆਖਿਆ ਕੀਤੀ ਸੀ, 7 ਸਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਉੱਤੇ ਲਾਏ। ਰਾਤ ਨੂੰ ਜੇ ਉਹ ਦਿਨ ਕਹਿੰਦੇ ਸਨ ਤੇ ਭਾਈ ਲਹਿਣਾ ਜੀ ਦਿਨ ਕਹਿੰਦੇ ਸਨ, ਜੇ ਦਿਨ ਨੂੰ ਰਾਤ ਤੇ ਦਿਨ ਨੂੰ ਰਾਤ ਕਹਿੰਦੇ ਸਨ। ਇਹ ਗੁਰਸਿੱਖ ਦੀ ਨਿਸ਼ਾਨੀ ਹੈ। ਗੁਰਸਿੱਖ ਨੂੰ ਵੀ ਜੋ ਗੁਰੂ ਦਾ ਹੁਕਮ ਹੈ ਉਹ ਮੰਨਣਾ ਹੈ, ਅਸੀਂ ਹੋਰ ਕੋਈ ਚੀਜ਼ ਨਹੀਂ। ਭੇਸ ਜੋ ਹੈ ਸਾਡਾ, ਭੇਸ ਦੇ ਨਾਲ ਗ੍ਰੇਸ ਹੋਣਾ ਚਾਹੀਦਾ ਹੈ। ਭੇਸ ਸਾਡਾ ਬਾਹਰਲਾ ਹੈ, ਗ੍ਰੇਸ ਸਾਡਾ ਅੰਦਰਲਾ ਹੈ। ਗ੍ਰੇਸ ਦਾ ਮਤਲਬ ਹੁੰਦਾ ਸੁਚਮਤਾ। ਸਾਡੀ ਅੰਦਰੋਂ ਜਿਹੜੀ ਸੁਚਮਤਾ ਹੈ ਉਹ ਜ਼ਰੂਰੀ ਹੋਣੀ ਚਾਹੀਦੀ ਹੈ। ਉੱਤਮ ਤੇ ਨੀਚ ਦੀ ਗੱਲ। ਧਨ ਕਮਾਉਣ ਵਾਲੇ ਜੋ ਧਰਮ ਤੋਂ ਦੂਰ ਹਨ, ਸੰਚੈ ਦਰਬ ਦੇ ਦੁੱਖ ਲੋਕ।
ਇਹ ਜਿਹੜੀ ਹੁਣ ਗੁਰੂ ਸਾਹਿਬ ਨੇ ਲਿਸਟ ਬਣਾਈ ਹੈ ਨੀਚ ਕਰਮੀਆਂ ਦੀ, ਉਹਨਾਂ ਦੀ ਗੱਲ ਸ਼ੁਰੂ ਹੋਣ ਲੱਗੀ ਹੈ ਕਿ ਇਨਸਾਨ ਜੋ ਧਨ ਦੇ ਲਾਲਚ ਦੇ ਵਿੱਚ ਲੱਗ ਜਾਂਦਾ ਹੈ, ਸਭ ਤੋਂ ਪਹਿਲਾਂ ਕੀ ਕਰਦਾ ਹੈ, ਉਹ ਧਨ ਕਮਾਉਣ ਲੱਗਾ ਦੂਸਰਿਆਂ ਨੂੰ ਦੁੱਖ ਦਿੰਦਾ ਹੈ। ਜੇ ਧਨ ਕਮਾ ਲੈਂਦਾ ਹੈ, ਮਾੜੇ ਕਰਮਾਂ ਦੇ ਨਾਲ ਧਨ ਕਮਾ ਲੈਂਦਾ ਹੈ, ਫਿਰ ਕੀ ਹੈ, ਉਹ ਧਨੀ ਹੋ ਜਾਂਦਾ ਹੈ ਔਰ ਉਸ ਦੇ ਵਿੱਚ ਹੰਕਾਰ ਆ ਜਾਂਦਾ ਹੈ। ਧਨ ਆ ਗਿਆ, ਧਨ ਦੇ ਨਾਲ ਹੰਕਾਰ ਹੋ ਗਿਆ। ਹੁਣ ਐਸਾ ਅਮੀਰ ਆਦਮੀ ਜੋ ਮਾੜੇ ਕਰਮ ਕਰਕੇ ਅਮੀਰ ਬਣਿਆ ਹੋਇਆ ਹੈ, ਉਸ ਤੇ ਵਿਸ਼ਵਾਸ ਕਰਨਾ ਬਹੁਤ ਗਲਤ ਗੱਲ ਹੈ। ਜੋ ਪਹਿਲਾਂ ਹੀ ਐਸੇ ਕਰਮ ਕਰਕੇ ਅਮੀਰ ਬਣਿਆ ਹੈ, ਜੇ ਤੂੰ ਹੁਣ ਕਹੀਏ ਕਿ ਇਹ ਬੰਦਾ ਅਮੀਰ ਬਣ ਗਿਆ ਹੈ, ਹੁਣ ਇਹ ਇਦਾਂ ਦਾ ਕੋਈ ਕਾਰਜ ਨਹੀਂ ਕਰੇਗਾ, ਪਰ ਉਹ ਇਦਾਂ ਦੇ ਕਾਰਜ ਕਰ ਕਰਕੇ ਤੇ ਉੱਪਰ ਆਇਆ। ਜੇ ਉਹ ਇਹਨਾਂ ਨੂੰ ਛੱਡ ਦੇਵੇਗਾ ਤੇ ਉਸ ਦੇ ਮਨ ਦੇ ਵਿੱਚ ਡਰ ਬਣਿਆ ਰਹਿੰਦਾ ਹੈ ਕਿ ਮੈਂ ਫਿਰ ਤੋਂ ਗਰੀਬ ਹੋ ਜਾਵਾਂਗਾ। ਇਸ ਕਰਕੇ ਇਹ ਨਹੀਂ ਕਦੇ ਸੋਚਣਾ ਕਿ ਅਮੀਰ ਆਦਮੀ ਹੈ, ਮਾੜੇ ਕੰਮਾਂ ਦਾ ਕਰਕੇ ਉਹ ਜੋ ਉੱਪਰ ਆਇਆ ਹੈ ਤੇ ਉਹ ਉਸ ਨੂੰ ਛੱਡ ਦੇਗਾ। ਗੁਰੂ ਨਾਨਕ ਸਾਹਿਬ ਹਉਮੈ ਹੰਕਾਰ ਨੂੰ ਦੂਰ ਰੱਖ ਕੇ ਇਸ ਪੌੜੀ ਦੇ ਵਿੱਚ ਨਾਨਕ ਨੀਚ ਕਹੇ ਵਿਚਾਰ ਜੋ ਹੈ ਉਹ ਗੱਲ ਰੱਖਦੇ ਹਨ, ਆਪਣੇ ਆਪ ਨੂੰ ਉਹਨਾਂ ਦੀ ਲਾਈਨ ਦੇ ਵਿੱਚ ਖੜੇ ਕਰਦੇ ਹਨ। ਨੀਚ ਤੇ ਉੱਤਮ ਸੰਸਾਰ ਬਿਰਖ ਕੋ ਦੋਏ ਫਲ ਲਾਏ। ਗੁਰੂ ਸਾਹਿਬ ਨੇ ਸੰਸਾਰ ਨੂੰ ਦੋਵੇਂ ਹੀ ਫਲ ਲਾਏ ਹੋਏ ਹਨ। ਸਭ ਰੂਪ, ਕੰਡੇ ਤੇ ਫੁੱਲ, ਦੋ ਰੂਪ ਹਨ। ਹੁਣ ਜੇ ਅਗਰ ਅਸੀਂ ਕੰਡੇ ਨੂੰ ਫੁੱਲ ਕਹਿ ਦਈਏ ਤੇ ਫੁੱਲ ਨੂੰ ਕੰਡਾ ਕਹਿ ਦਈਏ, ਗਲਤ ਗੱਲ ਹੋਵੇਗੀ। ਇਸ ਲਈ ਗੁਰੂ ਸਾਹਿਬ ਨੂੰ ਨੀਚ ਤੇ ਉੱਤਮ ਨੂੰ ਉੱਤਮ ਕਹਿਣਾ ਇੱਥੇ ਕਿਹਾ ਉਹਨਾਂ ਨੇ। ਗੁਣ ਤੇ ਅਵਗੁਣ, ਜ਼ਹਿਰ ਤੇ ਅੰਮ੍ਰਿਤ। ਬੇਸਿਕ ਰੂਪ, ਇੱਕ ਬੰਦਾ ਰੱਬ ਨਾਲ ਜੁੜਦਾ ਹੈ, ਇੱਕ ਬੰਦਾ ਧਨ ਨਾਲ ਜੁੜਦਾ, ਲੱਭ ਨਾਲ ਜੁੜਦਾ ਹੈ। ਜੋ ਰੱਬ ਨਾਲ ਜੁੜਦਾ ਹੈ ਧਰਮ ਕਮਾਉਂਦਾ ਹੈ, ਜੋ ਪੈਸੇ ਨਾਲ ਜੁੜਦਾ ਹੈ ਉਹ ਜੋ ਹੈ ਪੈਸਾ ਕਮਾਉਂਦਾ ਹੈ। ਉਸ ਨੂੰ ਇਸ ਗੱਲ ਨਾਲ ਮਤਲਬ ਨਹੀਂ ਕਿ ਪੈਸਾ ਕਿਸ ਤਰ੍ਹਾਂ ਆਇਆ। ਹੁਣ ਗੁਰੂ ਸਾਹਿਬ ਫਰਮਾਉਂਦੇ ਹਨ, ਇਹ ਧਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇਂ ਚੋਲੜਾ ਪਿਆਰੇ। ਹੁਣ ਗੁਰੂ ਸਾਹਿਬ ਕਹਿੰਦੇ ਤੇ ਚੋਲੜਾ ਪਾਉਂਦਾ ਨਹੀਂ ਹੈ। ਕਿਹੜਾ ਚੋਲਾ ਨਹੀਂ ਪਾਉਂਦਾ? ਉਹ ਚੋਲਾ ਜੋ ਬੁਰਿਆਈ ਦਾ ਹੈ। ਜਿਹੜਾ ਬੁਰਿਆਈ ਦਾ ਚੋਲਾ ਹੈ ਉਹ ਗੁਰੂ ਨੂੰ ਨਹੀਂ ਪਾਉਂਦਾ, ਲੇਕਿਨ ਜਿਹੜਾ ਰੱਬ ਦਾ ਚੋਲਾ ਪਾਇਆ ਹੋਇਆ ਹੈ ਉਹ ਪਰਮਾਤਮਾ ਨੂੰ ਪਾਉਂਦਾ ਹੈ। ਕਿਉਂਕਿ ਗੁਰੂ ਸਾਹਿਬ ਨੂੰ ਗੱਲ ਨਾਲ ਜੋੜਨੀ ਹੁੰਦੀ ਹੈ, ਇਸ ਲਈ ਗੁਰੂ ਸਾਹਿਬ ਇਹੀ ਕਹਿੰਦੇ ਹਨ ਕਿ ਹਮੇਸ਼ਾ ਇਹ ਕਹਿੰਦੇ ਰਹੋ, ਜੋ ਤੁਧ ਭਾਵੈ ਨਾਨਕਾ ਸਾਈ ਭਲੇ ਕਾਰ। ਰੱਬ ਦੇ ਰੰਗ ਵਿੱਚ ਜੋ ਰੰਗੇ ਹੋਏ ਹਨ ਉਹ ਪਰਮਾਤਮਾ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਾਉਣਾ ਚਾਹੁੰਦੇ ਹਨ। ਜੋ ਧਨ ਦੇ ਨਾਲ ਰੰਗੇ ਹੋਏ ਹਨ ਉਹ ਧਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਉਣਾ ਚਾਹੁੰਦੇ ਹਨ। ਇਸੇ ਲਈ ਗੁਰੂ ਸਾਹਿਬ ਨੇ ਜੋ ਆਰੰਭ ਵਿੱਚ ਜਿਹੜਾ ਸ਼ਬਦ ਵਰਤਿਆ ਸੀ ਮੂਰਖ, ਅਸੰਖ ਮੂਰਖ, ਅੰਧਕੂਰ, ਕਾਚਾ ਧਨ ਸੰਚੈ ਮੂਰਖ ਗਵਾਰ। ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਮੂਰਖ ਕੌਣ ਹੈ? ਜੋ ਧਨ ਨੂੰ ਅਹਿਮੀਅਤ ਦਿੰਦਾ ਹੈ, ਜੋ ਧਨ ਕਮਾਉਣ ਦਾ ਕਿਸੇ ਵੀ ਤਰ੍ਹਾਂ ਦਾ ਤਰੀਕਾ ਅਪਣਾਉਂਦਾ ਹੈ। ਮੂਰਖ ਦਾ ਅੱਖਰੀ ਅਰਥ ਹੁੰਦਾ ਹੈ ਮੂੰਹ ਰੱਖ, ਜੋ ਕਿਸੇ ਦਾ ਮੂੰਹ ਰੱਖ ਕੇ ਗੱਲ ਕਰਦਾ ਹੋਵੇ ਜਾਂ ਅਗਲੇ ਦਾ ਮੂੰਹ ਰੱਖ ਕੇ ਗੱਲ ਕਰਦਾ ਹੋਵੇ। ਦੁਨੀਆ ਦੇ ਵਿੱਚ ਦੋ ਹੀ ਚੀਜ਼ਾਂ ਹਨ, ਜਾਂ ਤੇ ਬੰਦਾ ਅਗਲੇ ਦੀ ਗੱਲ ਜੋ ਹੈ ਉਸ ਨੂੰ ਘਟਾ ਕੇ ਕਰਦਾ, ਉਹਨੂੰ ਨਿੰਦਾ ਕਹਿੰਦੇ ਹਨ, ਜਾਂ ਵਧਾ ਕੇ ਕਰਦਾ, ਉਸ ਨੂੰ ਉਸਤਤ ਕਹਿੰਦੇ ਹਨ। ਇਹ ਦੋ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹਨ। ਮੂਰਖ ਧਨ ਦਾ ਹੋਣਾ ਗੁਰੂ ਸਾਹਿਬ ਕਹਿੰਦੇ ਮਾੜਾ ਨਹੀਂ ਹੈ, ਲੇਕਿਨ ਧਨ ਦੇ ਵਿੱਚ ਖਚਤ ਹੋਣਾ, ਧਨ ਦਾ ਪ੍ਰਭਾਵ ਹਿਰਦੇ ਤੇ ਹੋਣਾ ਕਿ ਧਨ ਕਿਸੇ ਨਾ ਕਿਸੇ ਤਰੀਕੇ ਨਾਲ ਆ ਜਾਵੇ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਧਨ ਕਮਾਇਆ ਜਾਵੇ, ਉਹ ਆ ਜਾਵੇ, ਉਹ ਮੇਰਾ ਹੋ ਜਾਵੇ, ਉਹ ਸਭ ਤੋਂ ਵੱਡਾ ਮੂਰਖ ਹੈ। ਜਿਹੜਾ ਗੁਰਸਿੱਖ ਹੈ ਉਹ ਰਹਿਮਤ ਤੇ ਰਜ਼ਾ ਦੇ ਵਿੱਚ ਹੈ। ਜੇ ਸੁਖ ਦੇ ਤਾਂ ਤੁਧੇ ਰਾਤੇ, ਦੁੱਖ ਵੀ ਤੁਧੇ ਧਿਆਏ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਜੋ ਗੁਰਸਿੱਖ ਹੈ ਇਸ ਦੇ ਉਲਟ ਹੈ। ਉਹ ਗੁਰੂ ਸਾਹਿਬ ਨੂੰ ਜੇ ਧਨ ਮਿਲ ਜਾਂਦਾ, ਅਮੀਰ ਹੋ ਜਾਂਦਾ ਹੈ, ਉਹ ਕਹਿੰਦਾ ਹੈ ਇਹ ਪਰਮਾਤਮਾ ਤੇਰੀ ਰਹਿਮਤ ਹੈ। ਤੇ ਜੇ ਧਨ ਚਲਾ ਜਾਂਦਾ ਹੈ ਤੇ ਉਹ ਕਹਿੰਦਾ ਹੈ ਇਹ ਪਰਮਾਤਮਾ ਤੇਰੀ ਰਜ਼ਾ ਹੈ। ਤੇਰੀ ਰਹਿਮਤ ਹੋਈ ਤੂੰ ਦੇਤਾ, ਤੇਰੀ ਰਜ਼ਾ ਹੋਈ ਤੂੰ ਲੈ ਲਿਆ। ਇਸੇ ਲਈ ਗੁਰੂ ਸਾਹਿਬ ਕਹਿੰਦੇ ਹਨ, ਸੰਪੈ ਦੇਖ ਨਾ ਹਰਖੀਏ।
ਸਿੱਖ ਦੀ ਅਸਲੀ ਨਿਸ਼ਾਨੀ ਧਨ ਨੂੰ ਪਾ ਕੇ ਕਦੇ ਵੀ ਹੰਕਾਰ ਦੇ ਵਿੱਚ ਨਹੀਂ ਆਉਣਾ। ਗੁਰੂ ਸਾਹਿਬ ਫਰਮਾਉਂਦੇ ਹਨ, ਇੱਥੇ ਅਸੰਖ ਹੀ ਮੂਰਖ ਹਨ, ਅੰਧਕੂਰ ਜੋ ਹੈ ਐਸੇ ਮਨੁੱਖ ਜਿਨ੍ਹਾਂ ਦਾ ਜੀਵਨ ਕਾਲਕ ਦੇ ਵਿੱਚ ਹੈ, ਅੰਧੇਰੇ ਦੇ ਵਿੱਚ ਹੈ। ਜਿਸ ਤਰ੍ਹਾਂ ਇੱਕ ਉੱਲੂ ਹੈ, ਉੱਲੂ ਦੇ ਕੋਲ 100 ਸੂਰਜ ਚੜ੍ਹ ਜਾਣ ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਮੂਰਖ ਨੂੰ ਜੋ ਹੈ ਉਹਦੇ ਲਈ ਜਿੰਨਾ ਮਰਜ਼ੀ ਗਿਆਨ ਆ ਜਾਵੇ ਉਹ ਮੂਰਖ ਦਾ ਮੂਰਖ ਹੀ ਰਹਿੰਦਾ ਹੈ। ਐਸੇ ਬਹੁਤ ਸਾਰੇ ਜੀਵਨ ਹਨ ਜੋ ਅੰਧਕਾਰ ਦੇ ਵਿੱਚ ਹਨ, ਜਿਨ੍ਹਾਂ ਨੂੰ ਕੋਈ ਖਬਰ ਨਹੀਂ ਹੈ, ਉਹ ਹਨੇਰੇ ਦੇ ਵਿੱਚ ਜੀਵਨ ਜੀ ਰਹੇ ਹਨ। ਉਹਨਾਂ ਦੀ ਗੁਰੂ ਸਾਹਿਬ ਵਿਆਖਿਆ ਕਰ ਰਹੇ ਹਨ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲੀ ਕਥਾ ਅਗਲੇ ਹਫਤੇ ਫਿਰ ਇਸ ਤੋਂ ਅੱਗੇ ਪ੍ਰਾਰੰਭ ਕਰਾਂਗੇ। ਟਾਈਮ ਕਾਫੀ ਹੋ ਗਿਆ ਹੈ। ਗੁਰੂ ਦੀ ਬਾਣੀ ਹੈ, ਬਹੁਤ ਉੱਤਮ ਬਾਣੀ ਹੈ। ਮੇਰੇ ਅਰਗੇ ਨੀਚ ਦੇ ਵਸ ਦੀ ਗੱਲ ਨਹੀਂ। ਜਿਤਨੀ ਉਹ ਮਤ ਬੁੱਧ ਬਖਸ਼ਦਾ ਹੈ ਉਹਦੇ ਅਨੁਸਾਰ ਉਸ ਪਿਤਾ ਦੇ ਨਾਮ ਨੂੰ ਲੈ ਲੈਂਦਾ ਹਾਂ। ਆਪ ਕਿਰਪਾ ਕਰਨੀ, ਅਰਦਾਸ ਕਰਨੀ ਪਰਮਾਤਮਾ ਅੱਗੇ ਕਿ ਇਸ ਨਗੁਣੇ ਨੂੰ ਗੁਣ ਬਖਸ਼ੇ। ਆਪ ਦੇ ਚਰਨਾਂ ਦੀ ਜੋ ਤੂੜੀ ਹੈ ਇਸ ਮਸਤਕ ਤੇ ਲੱਗਦੀ ਰਹੇ। ਉਸ ਪ੍ਰਭੂ ਦੇ ਹਰ ਟਾਈਮ ਗੁਣ ਗਾਉਂਦਾ ਰਹਾਂ। ਆਪ ਸਾਰਿਆਂ ਦੇ ਹਿਰਦੇ ਵਿੱਚ ਪੜ੍ਹੀ ਹੋਈ ਬਾਣੀ ਦਾ ਪ੍ਰਭਾਵ ਆਵੇ। ਕੋਈ ਗੱਲ ਗੁਰਬਾਣੀ ਦੀ ਮਨ ਵਿੱਚ ਵਸੀ ਹੋਈ ਉਸ ਨੂੰ ਵਸਾ ਕੇ ਇਸ ਦੁਨੀਆ ਦੇ ਉੱਤੇ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਸਫਲ ਕਰਨਾ। ਅਗਰ ਕੋਈ ਮੰਦਾ ਸ਼ਬਦ, ਅਗਰ ਕੋਈ ਗਲਤ ਸ਼ਬਦ ਦਾਸ ਕੋਲੋਂ ਬੋਲਿਆ ਗਿਆ ਹੋਵੇ ਤੇ ਉਸ ਦੀ ਮੂਰਖਤਾ ਦੀ ਨਿਸ਼ਾਨੀ ਸਮਝ ਕੇ ਉਸ ਨੂੰ ਇੱਥੇ ਹੀ ਛੱਡ ਦੇਣਾ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬਾਬਾ ਜੀ ਆਨੰਦ ਸਾਹਿਬ ਦਾ ਪਾਠ